ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਐਂਡ ਵਾਲੇ ਸੈਕਸ਼ਨ ਦੇ ਵਿੱਚ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਬਾਈਡਨ ਨਵੰਬਰ ਮਹੀਨੇ ਵਿੱਚ ਹੋ ਰਹੀ ਪ੍ਰਧਾਨਗੀ ਚੋਣ ਵਿੱਚੋਂ ਬਾਹਰ ਹੋ ਗਏ ਨੇ। ਇਸ ਦਾ ਐਲਾਨ ਉਹਨਾਂ ਨੇ ਵੀਕਐਂਡ ਤੇ ਕੀਤਾ ਹੈ। ਹੁਣ ਵਾਈਸ ਪ੍ਰੈਜ਼ੀਡੈਂਟ ਜਿਹੜੀ ਕਮਲਾ ਹੈਰਿਸ ਤੇ ਪ੍ਰਧਾਨਗੀ ਉਮੀਦਵਾਰ ਬਣਨ ਦੀਆਂ ਕਾਫੀ ਸੰਭਾਵਨਾਵਾਂ ਨੇ। ਸੋ ਇਹ ਤਬਦੀਲੀ ਅਮਰੀਕੀ ਪ੍ਰਧਾਨਗੀ ਰੇਸ ਨੂੰ ਕਿਵੇਂ ਪ੍ਰਭਾਵਿਤ ਕਰੇਗੀ ਅਤੇ ਅਮਰੀਕਾ ਦੇ ਭਾਰਤ ਨਾਲ ਜਿਹੜੇ ਸੰਬੰਧਾਂ ਤੇ ਕੀ ਅਸਰ ਹੋਣਗੇ, ਇਸ ਬਾਰੇ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਓਪਨਿੰਗ ਸੈਗਮੈਂਟ 'ਚ ਵੀ ਔਰ ਵਿਚਾਲੇ ਵੀ ਗੱਲ ਕੀਤੀ, ਕਿਉਂਕਿ ਇਹ ਖਬਰ ਇਸ ਵੇਲੇ ਵੀਕਐਂਡ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਡਿਸਕਸ ਹੋ ਰਹੀ ਹੈ ਕਿ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਨੇ ਉਹਨਾਂ ਨੇ ਆਪਣੇ ਆਪ ਨੂੰ ਐਕਸਕਿਊਜ਼ ਕਰ ਲਿਆ ਹੈ ਸੈਕੰਡ ਟਰਮ ਤੋਂ ਔਰ ਰੇਸ ਤੋਂ ਬਾਹਰ ਹੋ ਗਏ ਨੇ। ਕਮਲਾ ਹੈਰਿਸ ਵਾਈਸ ਪ੍ਰੈਜ਼ੀਡੈਂਟ ਨੂੰ ਉਹਨਾਂ ਨੇ ਐਂਡੋਰਸ ਕੀਤਾ ਹੈ। ਇਸ ਦਾ ਕੀ ਇਫੈਕਟ ਹੋਏਗਾ ਕਿ ਜਿਹੜਾ ਟਰੰਪ ਜਿਸ ਲੈਵਲ ਤੇ ਜਾ ਕੇ ਖਲੋਤਾ ਹੈ ਔਰ ਆਲਰੇਡੀ ਬਾਈਡਨ ਨੂੰ ਬੀਟ ਕਰ ਰਹੇ ਸੀ, ਕਿਉਂਕਿ ਬਾਈਡਨ ਦੀ ਜਿਹੜੀ ਹੈ ਉਹ ਫਿਜ਼ੀਕਲ ਹਾਲਤ ਖਾਸ ਤੌਰ ਤੇ ਮੈਂਟਲ ਉਹ ਇੱਕ ਵੱਡਾ ਕਾਰਨ ਸੀ ਕਿ ਕੀ ਕਮਲਾ ਹੈਰਿਸ ਜਿਸ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਅਫਰੀਕਨ ਮੂਲ ਦੀਆਂ ਵੀ ਨੇ। ਹਾਲਾਂ ਜਿਹੜਾ ਇਹ ਇਹਨਾਂ ਦੀ ਤਮਿਲਨਾਡੂ ਦੇ ਨਾਲ ਮਾਂ ਦਾ ਸੰਬੰਧ ਹੈ, ਪਰ ਫਾਦਰ ਜਮਾਇਕਨ ਸ਼ਾਇਦ ਮੂਲ ਦਾ ਸੀ, ਅਫਰੀਕਨ ਮੂਲ ਦਾ, ਔਰ ਡਾਈਵੋਰਸ ਵੀ ਹੋ ਗਿਆ। ਇਹ ਇਕੱਲੀ ਪਲੀ ਹੈ, 6-7 ਸਾਲ ਦੀ ਸੀ ਔਰ ਚੰਗਾ ਪ੍ਰਭਾਵ ਹੈ, ਵਕਾਲਤ ਵੀ ਕੀਤੀ ਹੋਈ ਹੈ ਐਡਮਿਨਿਸਟ੍ਰੇਸ਼ਨ 'ਚ ਵੀ ਐਜ਼ ਏ ਵਾਈਸ ਪ੍ਰੈਜ਼ੀਡੈਂਟ। ਤਾਂ ਬਹੁਤ ਵਾਰ ਕਿਉਂਕਿ ਅਮਰੀਕਾ 'ਚ ਅੰਡਰਸਟੈਂਡਿੰਗ ਹੁੰਦੀ ਹੈ ਕਿ ਵਾਈਸ ਪ੍ਰੈਜ਼ੀਡੈਂਟ ਮੀਡੀਆ ਦੇ ਸਾਹਮਣੇ ਬਹੁਤਾ ਨਹੀਂ ਹੁੰਦਾ, ਹਾਲਾਂ ਪ੍ਰੈਜ਼ੀਡੈਂਟ ਦੇ ਬਹੁਤ ਸਾਰੇ ਕੰਮ ਉਹੀ ਸਾਂਭ ਰਿਹਾ ਹੁੰਦਾ ਹੈ ਔਰ ਉਹ ਜਿਹਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਵੀ ਬਿਹਾਈਂਡ ਦਾ ਕਰਟਨ ਹੀ ਕੰਮ ਕਰਦੀ ਹੈ। ਲੇਕਿਨ ਕੋਈ ਵੀ ਇਸ ਕਿਸਮ ਦਾ ਫੌਪਾ ਨਹੀਂ ਹੋਇਆ ਜਿਹੜੇ ਜੇ ਤੁਸੀਂ ਪ੍ਰੈਜ਼ੀਡੈਂਟ ਸੀਨੀਅਰ ਬੁਸ਼ ਦੇ ਵੇਲੇ ਵਾਈਸ ਪ੍ਰੈਜ਼ੀਡੈਂਟ ਸੀ ਜਾਂ ਕੋਈ ਹੋਰ ਸੀ, ਇੱਕ ਦੋ ਡਿਸਟਿੰਗੁਇਸ਼ਡ ਰਹੇ ਜਿਵੇਂ ਐਲ ਗੌਰ ਸੀ ਕਲਿੰਟਨ ਦੇ ਵੇਲੇ ਜਾਂ ਦੂਸਰੇ, ਅਦਰਵਾਈਜ਼ ਜਿਹੜੇ ਨੇ ਕੋਈ ਬਹੁਤੇ ਰੜਕਦੇ ਨਹੀਂ ਹੁੰਦੇ ਵਾਈਸ ਪ੍ਰੈਜ਼ੀਡੈਂਟ। ਉਹ ਸੈਨੇਟ ਦੀ ਨੂੰ ਚੇਅਰ ਕਰਦੇ ਨੇ। ਕਈ ਵਾਰੀ ਉਹਨਾਂ ਦੀ ਇੱਕ ਵੋਟ ਹੁੰਦੀ ਹੈ ਜਿਹੜੀ ਜਦੋਂ ਬਰਾਬਰ ਦੇ ਸੈਨੇਟਰ ਹੋਣ ਉਹਨੂੰ ਉਹਦੇ 'ਚੋਂ ਕਾਸਟਿੰਗ ਵੋਟ ਹੁੰਦੀ ਹੈ, ਡਿਸਾਈਸਿਵ ਵੋਟ। ਲੇਕਿਨ ਕਮਲਾ ਹੈਰਿਸ ਦਾ ਓਵਰਆਲ ਅਟਾਰਨੀ ਜਨਰਲ ਵੀ ਸ਼ਾਇਦ ਰਹੀ ਹੈ ਕੈਲੀਫੋਰਨੀਆ ਦੀ, ਔਰ ਉਹ ਸਾਰੇ ਦੇ ਥੱਲੇ ਕੁਛ ਇਸ ਕਿਸਮ ਦਾ ਨੈਗੇਟਿਵ ਸਕੈਂਡਲ ਨਹੀਂ ਹੈ। ਲੇਕਿਨ ਜਿਹੜੀ ਡਿਬੇਟ ਇਹ ਸਾਹਮਣੇ ਆ ਰਹੀ ਹੈ ਕਿ ਕੀ ਪਹਿਲੀ ਗੱਲ ਕਿ ਅਮਰੀਕਨ ਜਿਹੜਾ ਵਾਈਟ ਮੈਜੋਰਟੀ ਕੰਟਰੀ ਹੈ, 74-75% ਤੋਂ ਵੀ ਸ਼ਾਇਦ ਜ਼ਿਆਦਾ ਹੀ ਵਾਈਟ ਰੇਸ ਹੈ, ਕਿ ਇੱਕ ਔਰਤ ਨੂੰ ਪ੍ਰੈਜ਼ੀਡੈਂਟ ਐਕਸੈਪਟ ਕਰਨ ਲਈ ਤਿਆਰ ਹੈ। ਫਿਰ ਔਰਤ ਗੋਰੀ ਹੋਏ ਤਾਂ ਸਮਝ ਆ ਸਕਦਾ ਹੈ, ਕਾਲੀ ਅਫਰੀਕਨ ਐਂਡ ਇੰਡੀਅਨ ਉਹਨੂੰ। ਸੋ ਬਹੁਤ ਸਾਰਿਆਂ ਦਾ ਪਹਿਲਾ ਰਿਐਕਸ਼ਨ ਤਾਂ ਇਹ ਹੈ ਕਿ ਵੀ ਹੁਣ ਟਰੰਪ ਦੀ ਜਿੱਤ ਜਿਹੜੀ ਹੈ ਸ਼ੋਰ। ਹਾਲਾਂ ਕਮਲਾ ਹੈਰਿਸ ਨੂੰ ਵੀ ਉਹ ਸਾਰੀ ਪ੍ਰੋਸੈਸ 'ਚੋਂ ਲੰਘਣਾ ਪਵੇਗਾ ਔਰ ਫਾਈਨਲ ਜਦੋਂ ਡੈਮੋਕ੍ਰੈਟਾਂ ਦੀ ਕਨਵੈਨਸ਼ਨ ਹੋਏਗੀ ਉਹਦੇ 'ਚ ਐਂਡੋਰਸਮੈਂਟ ਹੋਏਗੀ। ਪਰ ਜ਼ਿਆਦਾ ਚਾਂਸਿਸ ਨੇ ਇਸ। ਹਾਲਾਂ ਜਿਹੜੀ ਬਰਾਬਰ ਦੇ ਉੱਤੇ ਮਿਸ਼ੀਗਨ ਦੀ ਗਵਰਨਰ ਹੈ ਉਹ ਵੀ ਲੇਡੀ ਹੈ, ਪੈਨਸਿਲਵੇਨੀਆ ਦਾ ਗਵਰਨਰ ਵੀ ਹੀ ਕੈਨ ਥਰੋ ਹਿਜ਼ ਹੈਟ ਇਨ ਦਾ ਰਿੰਗ, ਕੈਲੀਫੋਰਨੀਆ ਦੇ ਗਵਰਨਰ ਦਾ ਵੀ ਨਾਮ ਆ, ਯਾਨੀ 4-5-6 ਉਮੀਦਵਾਰ ਉੱਭਰ ਰਹੇ ਨੇ। ਪਰ ਇਸ ਵੇਲੇ ਜਿਹੜੀ ਐਂਡੋਰਸਮੈਂਟ ਬਾਈਡਨ ਨੇ ਵੀ ਕਮਲਾ ਹੈਰਿਸ ਦੀ ਕੀਤੀ, ਨੈਂਸੀ ਪੈਲੋਸੀ ਨੇ ਵੀ ਕੀਤੀ, ਹਾਲਾਂ ਪ੍ਰੈਜ਼ੀਡੈਂਟ ਓਬਾਮਾ ਨੇ ਨਹੀਂ ਕੀਤੀ ਹੈ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਟ੍ਰੈਂਡ ਇਹ ਵੀ ਹੈ ਕਿ ਜੇ ਮਿਸ਼ਲ ਓਬਾਮਾ ਆਏ ਤਾਂ ਉਹਦੇ ਜ਼ਿਆਦਾ ਚਾਂਸਿਸ ਨੇ ਕਿ ਉਹ ਜਿੱਤ ਸਕਦੀ ਹੈ। ਪਰ ਉਹਨੇ ਕਿਹਾ ਵੀ ਨਹੀਂ, ਮੇਰੀ ਕੋਈ ਦਿਲਚਸਪੀ ਨਹੀਂ। ਪਰ ਇੱਥੇ ਕਿਆ ਕੁਛ ਜਾਂਦਾ, ਕੀਤਾ ਕੁਛ ਜਾਂਦਾ। ਪਰ ਇਸ ਸਾਰੇ ਦੇ ਬਾਵਜੂਦ ਇਹੀ ਨਜ਼ਰ ਆਉਂਦਾ ਹੈ ਵੀ ਕਿਸੇ ਵੀ ਹਾਲਤ 'ਚ ਕੀ ਅਮਰੀਕਾ 'ਚ ਇਹ ਇੱਕ ਤਬਦੀਲੀ ਹੋਏਗੀ ਕਿ ਵੀ ਇੱਕ ਅਫਰੀਕਨ ਅਮਰੀਕਨ ਔਰ ਇੰਡੀਅਨ ਮੂਲ ਦੀ ਬੀਬੀ ਉਸ ਨੂੰ ਅਮਰੀਕਨ ਐਜ਼ ਏ ਪ੍ਰੈਜ਼ੀਡੈਂਟ, ਫਿਰ ਐਜ਼ ਏ ਵਾਈਸ ਪ੍ਰੈਜ਼ੀਡੈਂਟ ਉਹ ਕਿਹਨੂੰ ਲੈਗੀ, ਇਹ 'ਤੇ ਵੀ ਡਿਪੈਂਡ ਕਰਦਾ। ਚਲੋ, ਲੇਕਿਨ ਅੱਜ ਦੀ ਡੇਟ 'ਚ ਜੇ ਕਹਿਣਾ ਹੋਏ ਤਾਂ ਇਸ ਵੇਲੇ ਟਰੰਪ ਦਾ ਜਿਹੜਾ ਪਲੜਾ ਉਹ ਭਾਰੀ ਹੈ। ਔਰ ਇਹਦੇ 'ਚ ਹੁਣ ਮੈਂ ਪਹਿਲਾਂ ਤਾਂ ਜਿਹੜੀ ਗ੍ਰੇਸ ਹੁੰਦੀ ਹੈ ਕਿਸੇ ਵੀ ਸਿਸਟਮ ਦੀ, ਉਹਦੀ ਜੇ ਮੈਂ ਗੱਲ ਕਰਾਂ, ਬਾਈਡਨ ਨੇ ਅਜੇ ਨੇਸ਼ਨ ਨੂੰ ਐਡਰੈਸ ਤਾਂ ਨਹੀਂ ਕੀਤਾ। ਉਹਨਾਂ ਨੇ ਆਪਣੀ ਇਸ ਲਿਖਤ ਦੇ ਵਿੱਚ ਕਿਹਾ ਵੀ ਮੈਂ ਆਉਣ ਵਾਲੇ ਦਿਨਾਂ 'ਚ ਕਰਾਂਗਾ, ਪਰ ਉਹਨਾਂ ਨੇ ਸ਼ੁਰੂ ਇੱਥੋਂ ਕੀਤਾ, ਮਾਈ ਫੈਲੋ ਅਮਰੀਕਨਸ, over the past 3.5 years we have made great progress as a nation। ਹੁਣ ਆਪਣੀਆਂ ਪ੍ਰਾਪਤੀਆਂ ਦੱਸ ਰਹੇ ਨੇ ਕਿ ਵੀ ਅਸੀਂ ਕਿਵੇਂ ਤਰੱਕੀਆਂ ਕੀਤੀਆਂ ਨੇ।
ਉਹ ਕਹਿੰਦੇ ਨੇ ਜੀ ਅਮਰੀਕਾ ਦੀ ਇਸ ਵੇਲੇ ਦੁਨੀਆ 'ਚ ਸਭ ਤੋਂ ਸਟਰੋਂਗ ਇਕੋਨਮੀ ਹੈ, ਅਸੀਂ ਹਿਸਟੋਰੀਕਲ ਇਨਵੈਸਟਮੈਂਟਸ ਕੀਤੀਆਂ ਨੇ ਔਰ ਇਸ ਵੇਲੇ ਜਿਹੜੀਆਂ ਪ੍ਰੈਸਕ੍ਰਿਪਸ਼ਨ ਡਰੱਗਸ ਨੇ ਉਹਨਾਂ ਦੀ ਕੀਮਤ ਘੱਟ ਹੈ, ਸੀਨੀਅਰਸ ਨੂੰ ਰਾਹਤ ਹੈ। ਇਸੇ ਤਰ੍ਹਾਂ ਅਸੀਂ ਐਫੋਰਡੇਬਲ ਹੈਲਥ ਕੇਅਰ ਜ਼ਿਆਦਾ ਲੋਕਾਂ ਤੱਕ ਪਹੁੰਚਾਈ ਹੈ ਔਰ ਇਸੇ ਤਰ੍ਹਾਂ ਅਸੀਂ ਜਿਹੜੀ ਹੈ ਨੀਡਡ ਕੇਅਰ ਹੈ 1 ਮਿਲੀਅਨ ਵੈਟਰਨ ਜਿਹੜੇ ਫੌਜੀ ਰਹੇ ਨੇ ਉਹਨਾਂ ਨੂੰ ਅਸੀਂ ਟੌਕਸਿਕ ਸਬਸਟੈਂਸਿਸ ਤੋਂ ਬਚਾਇਆ ਹੈ। ਇਸੇ ਤਰ੍ਹਾਂ ਪਹਿਲਾ ਅਸੀਂ ਗਨ ਸੇਫਟੀ ਲਾਅ 30 ਸਾਲਾਂ 'ਚ ਪਾਸ ਕੀਤਾ ਹੈ, ਪਹਿਲੀ ਅਫਰੀਕਨ ਅਮਰੀਕਨ ਵੂਮਨ ਨੂੰ ਸੁਪਰੀਮ ਕੋਰਟ ਦਾ ਜੱਜ ਲਾਇਆ ਔਰ ਇਸੇ ਤਰ੍ਹਾਂ ਕਲਾਈਮੇਟ ਨਾਲ ਸੰਬੰਧਿਤ ਲੈਜਿਸਲੇਸ਼ਨ ਪਾਸ ਕੀਤਾ ਇਨ ਦਾ ਹਿਸਟਰੀ ਆਫ ਦਾ ਵਰਲਡ। ਔਰ ਅੱਜ ਜਿੱਥੇ ਅਮਰੀਕਾ ਖੜਾ ਹੈ ਉੱਥੇ ਪਹਿਲਾਂ ਕਦੇ ਨਹੀਂ ਸੀ। ਸੋ ਇਹ ਉਹਨਾਂ ਨੇ ਆਪਣੇ 3.5 ਸਾਲ ਦੀਆਂ ਅਚੀਵਮੈਂਟਸ ਦਿੱਤੀਆਂ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤੁਹਾਡੇ ਬਿਨਾਂ ਸੰਭਵ ਨਹੀਂ ਸੀ ਅਮਰੀਕਨ ਪੀਪਲ। ਅੱਜ ਅਸੀਂ ਜਿਹੜਾ ਹੈ ਇਸ ਸਾਰੇ 'ਚੋਂ ਅਸੀਂ ਉਹ ਸੈਂਚਰੀ ਜਿਹੜੀ ਪੈਂਡੇਮਿਕ ਦੀ ਸੀ, ਵਰਸਟ ਇਕਨੋਮਿਕ ਕ੍ਰਾਈਸਿਸ ਸੀ, ਗ੍ਰੇਟ ਡਿਪਰੈਸ਼ਨ ਦਾ, ਉਹ ਸਾਰੇ 'ਚੋਂ ਗੁਜ਼ਰੇ। ਅਸੀਂ ਡੈਮੋਕ੍ਰੇਸੀ ਨੂੰ, ਜਮਹੂਰੀਅਤ ਨੂੰ ਪ੍ਰੋਟੈਕਟ ਕੀਤਾ ਹੈ। ਅਸੀਂ ਮਜ਼ਬੂਤ ਹੋ ਕੇ ਦੁਨੀਆ ਦੇ ਵਿੱਚ ਨਵੇਂ ਅਲਾਇੰਸ ਵੀ ਬਣਾਏ ਨੇ ਔਰ ਮੇਰੇ ਲਈ ਇਹ ਬੜਾ ਵੱਡਾ ਇੱਕ ਮਾਣ ਸੀ ਕਿ ਮੈਂ ਤੁਹਾਡਾ ਪ੍ਰੈਜ਼ੀਡੈਂਟ ਰਿਹਾ, ਪ੍ਰੈਜ਼ੀਡੈਂਟ ਹਾਂ। ਐਂਡ ਇਹ ਮੇਰਾ ਭਾਵੇਂ ਮੇਰੀ ਇੰਟੈਂਸ਼ਨ ਸੀ ਦੁਬਾਰਾ ਰੀ-ਇਲੈਕਸ਼ਨ ਦੀ, ਪਰ ਇਹ ਮੇਰੇ ਵੀ ਮੇਰੀ ਪਾਰਟੀ ਦੇ ਵੀ ਬੈਸਟ ਇੰਟਰਸਟ ਹੈ ਕਿ ਮੈਂ ਸਟੈਂਡ ਡਾਊਨ ਕਰਾਂ ਔਰ ਮੈਂ ਜਿਹੜਾ ਮੇਰਾ ਜਿੰਨਾ ਕੁ ਵਕਤ ਰਹਿ ਗਿਆ ਐਜ਼ ਏ ਪ੍ਰੈਜ਼ੀਡੈਂਟ ਉਹਨੂੰ ਮੈਂ ਟਾਈਮ ਦਿਆਂ ਔਰ ਮੈਂ ਆਉਣ ਵਾਲੇ ਹਫਤੇ 'ਚ ਜਿਹੜਾ ਹੈ ਉਹ ਆਈ ਵਿਲ ਸਪੀਕ ਟੂ ਦਾ ਨੇਸ਼ਨ, ਮਤਲਬ ਆਪਣਾ ਮੈਸੇਜ ਵੀ ਦਿਆਂਗਾ। ਔਰ ਹੁਣ ਮੈਂ ਲੈਟ ਮੀ ਐਕਸਪ੍ਰੈਸ ਮਾਈ ਡੀਪੈਸਟ ਗ੍ਰੈਟੀਟਿਊਡ ਟੂ ਆਲ ਦੋਜ਼ ਹੂ ਹੈਵ ਵਰਕਡ ਸੋ ਹਾਰਡ ਟੂ ਸੀ ਮੀ ਰੀ-ਇਲੈਕਟਡ, ਕਿ ਸਭ ਨੇ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਫਿਰ ਉਹਨੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦਾ ਸ਼ੁਕਰੀਆ ਕੀਤਾ ਕਿ ਐਕਸਟਰਾਆਰਡੀਨਰੀ ਪਾਰਟਨਰ, ਔਰ ਮੈਂ ਅਮਰੀਕਨ ਲੋਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਮੇਰੇ 'ਤੇ ਜੋ ਇਤਬਾਰ ਫੇਥ ਕਰਵਾਇਆ। ਔਰ ਮੈਂ ਇਹ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ, ਮੈਂ ਇਹ ਮਾਣ ਕਰਕੇ ਕਹਿ ਸਕਦਾ ਕਿ ਐਸੀ ਕੋਈ ਚੀਜ਼ ਨਹੀਂ ਜਿਹੜੀ ਅਮਰੀਕਾ ਨਾ ਕਰ ਸਕਦਾ ਹੋਏ when we do it together, ਪਰ ਇਕੱਠੇ ਹੋ ਕੇ ਅਸੀਂ ਕਰ ਸਕਦੇ ਹਾਂ। we just have to remember we are the United States of America। ਇਹ ਟੱਚਿੰਗ ਮੈਸੇਜ ਹੈ। ਔਰ ਇਸ ਸਾਰੇ ਦੇ ਚੱਲਦੇ ਆ ਈਵਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਵਰਲਡ ਲੈਵਲ ਦੇ ਉੱਤੇ ਦੇਖੀਏ ਤਾਂ ਜਿਨ੍ਹਾਂ ਨੇ ਗ੍ਰੈਟੀਟਿਊਡ ਦਾ ਇਜ਼ਹਾਰ ਕੀਤਾ ਹੈ ਉਹਨਾਂ ਦੇ ਵਿੱਚ ਜਿਹੜਾ ਆਲਮੋਸਟ ਵੱਡੀਆਂ ਯੂਰਪੀਅਨ ਜਿਵੇਂ UK ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਕਾਇਰ ਸਟਾਰਮਰ, ਉਹਨਾਂ ਨੇ ਕਿਹਾ ਜੇ ਅਸੀਂ ਪ੍ਰੈਜ਼ੀਡੈਂਟ ਬਾਈਡਨ ਨੇ ਜੋ ਫੈਸਲਾ ਲਿਆ ਹੈ ਉਸ ਦਾ ਅਸੀਂ ਰਿਸਪੈਕਟ ਕਰਦੇ ਹਾਂ, ਅਸੀਂ ਇਕੱਠੇ ਅਮਰੀਕਾ ਨਾਲ ਰਲ ਕੇ ਕੰਮ ਕਰਾਂਗੇ। ਉਹਨਾਂ ਦਾ ਰਿਮਾਰਕੇਬਲ ਕੈਰੀਅਰ ਸੀ, ਉਹਨਾਂ ਨੇ ਬਹੁਤ ਸਾਰੇ ਫੈਸਲੇ ਕੀਤੇ ਜਿਹੜੇ ਉਹਨਾਂ ਨੇ ਸਮਝਿਆ ਕਿ ਅਮਰੀਕਨ ਲੋਕਾਂ ਦੇ ਹਿੱਤ 'ਚ ਨੇ। ਔਰ ਇਸੇ ਤਰ੍ਹਾਂ ਜਸਟਿਨ ਟਰੂਡੋ, ਉਹਨਾਂ ਨੇ ਕਿਹਾ ਕਿ ਮੈਂ ਪ੍ਰੈਜ਼ੀਡੈਂਟ ਬਾਈਡਨ ਨੂੰ ਕਈ ਸਾਲਾਂ ਤੋਂ ਜਾਣਦਾ, ਉਹ ਬਹੁਤ ਮਹਾਨ ਆਦਮੀ ਨੇ, ਉਹਨਾਂ ਨੇ ਜਿਹੜਾ ਜੋ ਵੀ ਕੀਤਾ ਆਪਣੇ ਮੁਲਕ ਦੇ ਪਿਆਰ ਦੇ ਵਿੱਚ ਕੀਤਾ ਔਰ ਉਹ ਸਾਡੇ ਕੈਨੇਡੀਅਨਸ ਦੇ ਨਾਲ ਐਜ਼ ਏ ਪਾਰਟਨਰ ਹੈ ਔਰ ਏ ਟਰੂ ਫਰੈਂਡ। ਔਰ ਫਿਰ ਉਹਨਾਂ ਨੇ ਟੂ ਪ੍ਰੈਜ਼ੀਡੈਂਟ ਬਾਈਡਨ ਐਂਡ ਫਸਟ ਲੇਡੀ ਥੈਂਕ ਯੂ, ਇਹ ਜਸਟਿਨ ਟਰੂਡੋ ਦਾ ਮੈਸੇਜ ਹੈ। ਔਰ ਸਭ ਤੋਂ ਜ਼ਿਆਦਾ ਜਿਹੜਾ ਸਟਰੋਂਗਰ ਮੈਸੇਜ ਜ਼ਾਹਰ ਹੈ ਕਿਉਂਕਿ ਜਿਵੇਂ ਯੂਕਰੇਨ ਦੇ ਨਾਲ ਬਾਈਡਨ ਖਲੋਤੇ, ਉਹ ਯੂਕਰੇਨੀਅਨ ਪ੍ਰੈਜ਼ੀਡੈਂਟ ਜ਼ੈਲੈਂਸਕੀ ਦਾ। ਉਹਨਾਂ ਨੇ ਕਿਹਾ ਵੀ ਸਾਡਾ ਮੁਲਕ ਹਮੇਸ਼ਾ ਹੀ ਪ੍ਰੈਜ਼ੀਡੈਂਟ ਬਾਈਡਨ ਨੂੰ ਥੈਂਕਫੁਲ ਰਹੇਗਾ ਕਿਉਂਕਿ ਉਹਨਾਂ ਨੇ ਜਿਵੇਂ ਆਜ਼ਾਦੀ ਦੇ ਲਈ ਸਾਡੀ ਜਿਹੜੀ ਹੈ ਉਹ ਖੁੱਲ੍ਹ ਕੇ ਮਦਦ ਦਿੱਤੀ, ਬਹੁਤ ਸਾਰੇ ਮਜ਼ਬੂਤ ਫੈਸਲੇ ਲਏ ਔਰ ਅਸੀਂ ਹਮੇਸ਼ਾ ਹੀ, ਉਹਨਾਂ ਨੇ ਕਿਹਾ ਕਿ ਵੀ ਯੂਕਰੇਨ ਵਿਲ ਆਲਵੇਜ਼ ਬੀ ਥੈਂਕਫੁਲ ਟੂ President Biden's leadership. He supported our country during the most dramatic moment in history, assisted us in preventing Putin from occupying our country, and has continued to support us throughout this terrible war. और इस दिन नाल उन्होंने ये भी किया कि भाई असी ईवन ट्रंप एडमिनिस्ट्रेशन भी जे आ जाता है उन्होंने नाल भी काम करने की कोशिश करांगे। इस तरह आयरलैंड के फॉरेन मिनिस्टर, न्यूजीलैंड, पॉलिश, वेनेजुएलन, साउथ कोरियन। सो कुल मिला के जे असी देखिए भी इहदे बावजूद कि यूक्रेन और गज़ा ये दो वड्डियां फेलियर्स रही ने, लेकिन कुल मिला के जिवें नैटो नूं यूनाइट करना, क्लाइमेट के उत्ते लाइन लैनी और इस हाँ असी सिख इशूज़ ते कह सकते हैं इंडिया प्रति ये जिहड़ी नीति
ਜੂਨੀਅਰ ਬੁਸ਼ ਨੇ ਲਈ ਸੀ, ਕੰਟੀਨਿਊ ਤਾਂ ਉਹੀ ਕੀਤੀ ਬਾਈਡਨ ਨੇ। ਪਰ ਅਸੀਂ ਸਮਝਦੇ ਹਾਂ ਕਿ ਵੀ ਇਹ ਜਦੋਂ ਅਮਰੀਕਨ ਸੋਇਲ ਦੇ ਉੱਤੇ ਖਾਸ ਤੌਰ ਤੇ 2023 ਇੱਕ ਸਾਲ ਪਹਿਲਾਂ ਜਿਹੜੀ ਹੈ ਇਹ ਇੰਡੀਆ ਦੀ ਜਿਹੜੀ ਹੈ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦੀ ਜਾਣਕਾਰੀ ਅਮਰੀਕਾ ਦੇ ਕੋਲ ਸੀ, ਔਰ ਹਰਦੀਪ ਨਿੱਜਰ ਦੇ ਮਾਮਲੇ 'ਚ ਵੀ ਕੈਨੇਡਾ ਨੂੰ ਵਾਰਨ ਕੀਤਾ ਸੀ। ਸੋ ਇਸ ਮਾਮਲੇ 'ਚ ਅਸੀਂ ਹਮੇਸ਼ਾ ਇਹ ਠੀਕ ਹੈ ਕਿ ਵੀ ਅਮਰੀਕਾ ਨੇ ਜਿਹੜਾ ਇੰਡਾਇਕਟਮੈਂਟ ਕੀਤੀ ਨਿਖਿਲ ਗੁਪਤਾ ਦੀ, ਉਹਨੂੰ ਲਿਆਂਦਾ, ਪਰ ਇਹ ਸਾਨੂੰ ਰਿਗਰੈਟ ਵੀ ਰਹੇਗਾ, ਰਾਦਰ ਇਹਨਾਂ ਤੇ ਸ਼ਿਕਾਇਤ ਵੀ ਰਹੇਗੀ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਇੰਡੀਆ ਪ੍ਰਤੀ ਉਹ ਰਿਸਟ ਔਨ ਦਾ ਟੈਪ ਹੀ ਰੱਖਿਆ, ਕੋਈ ਮਜ਼ਬੂਤ ਡਿਸੀਜਨ ਨਹੀਂ ਲਿਆ। ਹੁਣ ਜਿਹੜਾ ਇਸ ਸਵਾਲ ਦੇ ਨਾਲ ਹੀ ਜੁੜਿਆ ਹੋਇਆ ਸਵਾਲ ਕਿ ਜੇ ਚੇਂਜ ਆਫ ਗਾਰਡ ਹੁੰਦਾ ਹੈ, ਟਰੰਪ ਬਾਰੇ ਵੀ ਅਸੀਂ ਗੱਲ ਕੀਤੀ ਸੀ ਵੀ ਇੰਡੀਆ ਨਾਲ ਰਿਲੇਸ਼ਨਸ਼ਿਪ ਕਿਵੇਂ ਪ੍ਰਭਾਵਿਤ ਹੋਏਗੀ, ਜਾਂ ਈਵਨ ਕਮਲਾ ਹੈਰਿਸ ਦੇ ਹਵਾਲੇ ਨਾਲ ਵੀ ਸਾਨੂੰ ਕਈਆਂ ਨੇ ਪੁੱਛਿਆ ਕਿ ਜੀ ਇਹ ਬੀਬੀ ਤਾਂ ਤਮਿਲਨਾਡੂ ਦੀ ਔਰ ਉਹਦੇ ਨਾਂ ਨਾਲ ਜਿਹੜਾ ਉਹ ਦੂਸਰਾ ਵੀ। ਮੈਂ ਕਿਹਾ ਜੀ ਇਵੇਂ ਨਹੀਂ ਹੈ। ਪਹਿਲੀ ਗੱਲ ਤਾਂ ਅਮਰੀਕਾ ਦੇ ਵਿੱਚ ਜਦੋਂ ਵੀ ਕੋਈ ਇਸ ਕਿਸਮ ਦਾ ਹੁੰਦਾ ਇਹ ਸਾਰੇ ਰਿਸ਼ੀ ਸੁਣਕ ਨਹੀਂ ਹੈਗੇ, ਔਰ ਘੱਟੋ ਘੱਟ ਅਮਰੀਕਨ ਸਿਸਟਮ 'ਚ ਪਹਿਲਾਂ ਤਾਂ ਜਿੱਤ ਤੱਕ ਪਹੁੰਚਣਾ ਸੌਖਾ ਨਹੀਂ ਹੈ, ਔਰ ਦੂਸਰਾ ਜਿਹੜਾ ਵੀ ਇਸ ਪੀਰੀਅਡ ਦੇ ਵਿੱਚ ਜਿਹੜੀ ਲਾਈਨ ਰਹੀ ਹੈ ਹਿਊਮਨ ਰਾਈਟਸ ਦੇ ਦੂਸਰੇ ਤੀਸਰੇ ਮੁੱਦੇ ਦੇ ਉੱਤੇ, ਇਹਦੇ ਕਰੀਅਰ 'ਚ ਕੋਈ ਇਸ ਕਿਸਮ ਦਾ ਨਹੀਂ ਆਇਆ। ਹਾਲਾਂ ਬਹੁਤਿਆਂ ਦਾ ਈਵਨ ਹੁਣ ਟਰੰਪ ਦਾ ਵਾਈਸ ਪ੍ਰੈਜ਼ੀਡੈਂਟ ਮਿਸਟਰ ਵੈਨਸ ਦੀ ਵਾਈਫ ਬੀਬੀ ਊਸ਼ਾ, ਉਹ ਤਾਂ ਪ੍ਰੈਕਟਿਸਿੰਗ ਹਿੰਦੂ ਹੈ, ਔਰ ਕਮਲਾ ਹੈਰਿਸ ਤਾਂ ਪ੍ਰੈਕਟਿਸਿੰਗ ਕ੍ਰਿਸਚਨ ਹੈ, ਔਰ ਉਸ ਦਾ ਬਾਪ ਵੀ ਜਿਹੜਾ ਦੂਸਰੇ ਪਾਸਿਓਂ ਮਾਂ ਦਾ ਉਹਨੇ ਕਿਤੇ ਵੀ ਕੋਈ ਐਸਾ ਨਹੀਂ ਆਇਆ। ਤੇ ਜੇ ਹੋਏ ਵੀ ਤੇ ਅਮਰੀਕਾ ਜਿਵੇਂ ਨਹੀਂ ਹੁੰਦਾ, ਇਹ ਜਿਹੜਾ ਇਹਨਾਂ ਦੀ ਬਹੁਤ ਸਾਰੀ ਕੰਟਰੋਲਿੰਗ ਲਾਈਨ ਹੁੰਦੀ ਹੈ, ਡਿਫਰੈਂਟ ਥਾਵਾਂ ਤੇ ਹੁੰਦੇ ਨੇ। ਹਾਂ, ਇੰਡੀਆ ਪ੍ਰਤੀ ਹੁਣ ਜਿਹੜਾ ਵੀ ਰਜੀਮ ਆਏਗਾ, ਭਾਵੇਂ ਇਹਨਾਂ ਦਾ ਹੀ ਵਾਪਸ ਆਏ, ਕਮਲਾ ਹੈਰਿਸ ਜਾਂ ਕਿਸੇ ਹੋਰ ਦੇ ਥੱਲੇ ਜਾਂ ਟਰੰਪ ਦੇ, ਜੋ ਇੰਡੀਆ ਨੇ ਕਰਤੂਤ ਇੱਥੇ ਅਮਰੀਕਾ 'ਚ ਕੀਤੀ ਹੈ, ਕੋਈ ਵੀ ਰਿਸਪੈਕਟਫੁਲ ਜਿਹੜਾ ਅਮਰੀਕਨ ਦਾ ਰੋਲ ਅਦਾ ਕਰਨ ਵਾਲਾ ਜਾਂ ਅਮਰੀਕਨਾਂ ਦੇ ਹੱਕ 'ਚ ਕਰਾਉਣ ਵਾਲਾ ਐਡਮਿਨਿਸਟ੍ਰੇਸ਼ਨ ਹੈ, ਉਹ ਇੰਡੀਆ ਨੂੰ ਆਫ ਦਾ ਹੁੱਕ ਨਹੀਂ ਕਰੇਗਾ। ਔਰ ਇਹ ਕਦੇ ਵੀ ਅਮਰੀਕਨ ਕੋਈ ਵੀ, ਟਰੰਪ ਰਾਦਰ ਮੋਰ ਫੋਰਸਫੁਲੀ ਕਿ ਵੀ ਤੁਸੀਂ ਅਮਰੀਕਾ ਦੀ ਸੋਵਰਨਿਟੀ ਵਾਇਲੇਟ ਕਰੋ ਔਰ ਤੁਸੀਂ ਇੱਥੇ ਆ ਕੇ ਕਿਸੇ ਅਮਰੀਕਨ ਸਿਟੀਜ਼ਨ ਨੂੰ ਮਾਰਨ ਦੀ ਕੋਸ਼ਿਸ਼ ਕਰੋ, ਇਹਨੂੰ ਕੋਈ ਟੋਲਰੇਟ ਨਹੀਂ ਕਰੇਗਾ। ਔਰ ਬਾਕੀ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਉਂ-ਜਿਉਂ ਡਿਵੈਲਪਮੈਂਟਸ ਹੁੰਦੀਆਂ ਨੇ, ਜਾਂ ਕੌਣ ਕਮਲਾ ਹੈਰਿਸ ਜਾਂ ਉਹਦਾ ਪਾਰਟਨਰ ਕੌਣ ਆਉਂਦਾ ਐਜ਼ ਏ ਵਾਈਸ ਪ੍ਰੈਜ਼ੀਡੈਂਟ, ਫਿਰ ਅਸੀਂ ਨਾਲ ਹੀ ਗੱਲ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਪਹਿਲਾ ਮੈਸੇਜ ਸਾਡੇ ਕੋਲ ਆ ਗਿਆ ਇੰਦਰਜੀਤ ਸਿੰਘ ਸੰਧੂ ਜੀ, ਇਹ ਸਾਨੂੰ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਸੋਨ ਮਾਇਲ ਜੀ, ਫਿਰ ਇਸ ਤਰ੍ਹਾਂ ਧਰਮ ਸਿੰਘ ਜੀ, ਲੀਨ ਹਰਦੀਪ ਸਿੰਘ ਜੀ, ਫਿਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ, ਜਸਕੀਰਤ ਸਿੰਘ ਜੀ, ਪੰਦਰ ਜਗਦੀਸ਼ ਜੀ, ਫਿਰ ਇਸ ਤਰ੍ਹਾਂ ਜਤਿੰਦਰ ਸਿੰਘ ਜੀ, ਮਨਜੀਤ ਕੌਰ ਜੀ, ਇਹ ਸਾਨੂੰ ਸਭ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਸੈਯਦ ਇਕਬਾਲ ਜੀ ਕਹਿੰਦੇ ਨੇ ਕਿ ਜਿਨ੍ਹਾਂ ਟੋਲਡ ਮੁਸਲਿਮ ਯੂ ਗੋਇੰਗ ਟੂ ਬੀ ਏ ਥਰਡ ਕਲਾਸ ਸਿਟੀਜ਼ਨ, ਹੀ ਵਾਜ਼ ਰੋਂਗ ਇਨ ਇੰਡੀਆ, ਦੇ ਫੋਰਥ ਕਲਾਸ ਸਿਟੀਜ਼ਨਸ। ਸੈਯਦ ਇਕਬਾਲ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ। ਇਹ ਤਾਂ ਕਲਾਸ ਹੀ ਨਹੀਂ ਰਹੀ ਉਹਨਾਂ ਦੀ। ਗੱਲ ਇਕੱਲੀ ਮੁਸਲਮਾਨਾਂ ਦੇ ਹਵਾਲੇ ਨਾਲ ਹੀ ਨਹੀਂ ਹੈ। ਈਵਨ ਉਸ ਵੇਲੇ ਉਹਨਾਂ ਨੇ ਖੁਸ਼ਵੰਤ ਸਿੰਘ ਦੇ ਪਿਓ ਸਰ ਸੋਭਾ ਸਿੰਘ ਨੂੰ ਕਾਇਦੇ ਆਜ਼ਮ, ਜਿਨ੍ਹਾਂ ਨੇ ਇਹ ਕਿਹਾ ਸੀ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, ਯੂ ਹੈਵ ਸੀਨ ਹਿੰਦੂਜ਼ ਐਜ਼ ਦਾ ਕੋ ਸਲੇਵਸ, ਬਟ ਵੈਨ ਯੂ ਵਿਲ ਸੀ them ਐਜ਼ ਦਾ ਰੂਲਰਸ, you will see their true face when Hindus will be the masters and Sikhs will be the slaves. So ਕੱਲਾ ਮੁਸਲਮਾਨਾਂ ਦੇ ਲਈ ਨਹੀਂ, ਮੁਸਲਮਾਨਾਂ ਦੇ ਤਾਂ ਉਹਨਾਂ ਨੇ ਕਲਾਸ ਹੀ, ਔਰ ਨੈਕਸਟ ਸਟੈਪ ਇਹਨਾਂ ਦਾ ਹੋਏਗਾ ਡੀ ਫਰੈਂਚਾਈਜ਼ ਕਰਨਗੇ, ਵੋਟ ਦਾ ਹੱਕ ਵੀ ਉਹਨਾਂ ਤੋਂ ਖੋਣਗੇ। ਜਿਵੇਂ ਇਜ਼ਰਾਈਲ ਨੇ ਅਰਬਾਂ ਦੇ ਉੱਤੇ ਪਾਬੰਦੀਆਂ ਲਾਈਆਂ ਹੋਈਆਂ, ਹਾਲਾਂ ਅਰਬਾਂ ਦੀ ਆਬਾਦੀ 20% ਤੋਂ ਜ਼ਿਆਦਾ ਹੈ ਇਜ਼ਰਾਈਲ ਦੇ ਵਿੱਚ। ਸੋ ਇਹ ਬਿਲਕੁਲ ਮਸਾਦ ਦੇ ਮਾਡਲ ਤੇ ਤੁਰੇ ਹੋਏ ਨੇ। ਜੀ ਰਾਜ ਸਾਹਿਬ, ਹੁਣ ਸਾਡੇ ਕੋਲ ਮੈਸੇਜ ਆਏਗਾ। ਅੱਛਾ, ਕੁਲਦੀਪ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਫਰੀਦ ਜ਼ਰਾ ਸਰਪੰਚ ਜਸ ਗਿੱਲ ਜੀ, ਇਹ ਮੇਰੇ ਖਿਆਲ ਬਾਰਡਰ ਤੋਂ ਸਾਨੂੰ ਕਹਿੰਦੇ, ਚਾਈਨਾ ਬਾਰਡਰ ਤੋਂ ਆਰਮੀ ਵਾਲੇ ਸਾਨੂੰ ਫਤਿਹ ਬੁਲਾਉਂਦੇ ਨੇ, ਦੋਨਾਂ ਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਬਲਜੀਤ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਰਿਸ਼ੀ ਭਾਰਤਵਾਜ ਜੀ ਆਏ ਨੇ, ਇਹ ਸਾਨੂੰ ਬਾਅਦ ਵਿੱਚ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਪਹਿਲਾਂ ਨੂੰ ਮੈਸੇਜ, ਖਾਲਿਸਤਾਨ ਹੈਜ਼ ਆਲਵੇਜ਼ ਬੀਨ ਏ ਨੌਨ ਸਟਾਰਟਰ, ਪੰਜਾਬ ਹੈਜ਼ 40 Hindu population, 40%, ਹਾਂਜੀ 40% Hindu population, they don't support Khalistan. Sikhs have many sects like Nirankari, Namdhari, etc., who have different beliefs. ਰਿਸ਼ੀ ਭਾਰਦਵਾਜ ਜੀ, ਪਹਿਲਾਂ ਤਾਂ ਸ਼ੁਕਰੀਆ, ਤੁਸੀਂ ਪ੍ਰੋਗਰਾਮ 'ਚ ਆਉਂਦੇ ਹੋ, ਦੇਖਦੇ ਹੋ।
ਪਹਿਲੀ ਗੱਲ ਤਾਂ ਤੁਹਾਨੂੰ ਕਿਵੇਂ ਪਤਾ ਹੈ ਕਿ ਪੰਜਾਬ ਦੇ ਹਿੰਦੂ ਜਿਹੜੇ ਨੇ ਉਹ ਖਾਲਿਸਤਾਨ ਦੀ ਹਮਾਇਤ ਨਹੀਂ ਕਰਨਗੇ? ਹੁਣ ਖਡੂਰ ਸਾਹਿਬ ਔਰ ਫਰੀਦਕੋਟ 2 ਸੀਟਾਂ ਜਿਨ੍ਹਾਂ ਨੂੰ ਖਾਲਿਸਤਾਨੀ ਸਿੰਪੈਥਾਈਜ਼ਰ ਕਹਿ ਕੇ ਅੱਜ ਤੱਕ ਵੀ ਜਿਹੜਾ ਬਲੇਮ ਕੀਤਾ ਜਾਂਦਾ ਹੈ, ਉਸ ਇਲਾਕੇ ਦੇ ਹਿੰਦੂਆਂ ਨੇ ਖਡੂਰ ਸਾਹਿਬ ਦੇ ਰੀਜਨ 'ਚ ਅੰਮ੍ਰਿਤਪਾਲ ਸਿੰਘ ਦੇ ਹੱਕ 'ਚ ਮੁਹਿੰਮ ਕੀਤੀ। ਔਰ ਇਹ ਡਿਪੈਂਡ ਕਰਦਾ ਹੈ ਵੀ ਜੇ ਤੁਹਾਡੇ ਆਪਣੇ ਮਨ 'ਚ ਕੀ ਚੱਲ ਰਿਹਾ ਤੁਸੀਂ ਉਹਦੇ ਨਾਲ ਅੰਦਾਜ਼ਾ ਲਾ ਰਹੇ ਹੋ। ਔਰ ਅਸੀਂ ਇਹ ਕਦੇ ਨਹੀਂ ਕਿਹਾ ਕਿ ਭਾਈ ਖਾਲਿਸਤਾਨ ਦਾ ਮਤਲਬ ਹਿੰਦੂਆਂ ਜਾਂ ਮੁਸਲਮਾਨਾਂ ਜਾਂ ਈਸਾਈਆਂ ਜਾਂ ਈਵਨ ਨਾਨ ਬਿਲੀਵਰ ਉਹਨਾਂ ਦੇ ਨਾਲ ਕੋਈ ਤਫਰਕਾ ਹੋਏਗਾ। ਪਹਿਲੀ ਗੱਲ ਤੁਹਾਡੀ 40% ਦੀ ਜੇ ਇਹ ਗੱਲ ਠੀਕ ਹੁੰਦੀ ਤਾਂ ਪੰਜਾਬ ਦੀਆਂ ਫਿਰ 13 ਚੋਂ 8 ਸੀਟਾਂ ਬੀਜੇਪੀ ਕੋਲ ਹੋਣੀਆਂ ਸੀ। ਤੁਹਾਡੇ ਮੋਦੀ ਜੀ ਔਰ ਹਿੰਦੂਤਵਾ ਏਜੰਡੇ ਵਾਲੇ ਤਾਂ ਪੰਜਾਬ ਚੋਂ ਬਿਲਕੁਲ ਜਿਹੜੀ ਹੈ ਜਿਹਨੂੰ ਫੱਟੀ ਪੋਚਣਾ ਕਹਿੰਦੇ ਨੇ, ਤੁਹਾਡੀ ਪਤਾ ਨਹੀਂ ਜਨਰੇਸ਼ਨ ਨੂੰ ਪਤਾ ਹੈ ਕਿ ਨਹੀਂ ਭਾਰਦਵਾਜ ਜੀ ਫੱਟੀ ਕਿਵੇਂ ਪੋਚੀ ਜਾਂਦੀ ਹੈ। ਸੋ ਤੁਹਾਡੀ ਤਾਂ ਫੱਟੀ ਪੋਚੀ ਗਈ। ਤੇ ਜਿਨ੍ਹਾਂ ਨੂੰ ਤੁਸੀਂ ਡਿਬਰੂਗੜ੍ਹ ਭੇਜਿਆ ਜਾਂ ਦੂਜਾ ਉਹ 2 ਲੱਖ ਜਿੰਨੀ ਤੁਹਾਡਾ ਮੋਦੀ ਵੋਟਾਂ ਨਾਲ ਨਹੀਂ ਜਿੱਤਿਆ ਉਨੀਆਂ ਵੋਟਾਂ ਨਾਲ ਉਹ ਜਿੱਤੇ ਨੇ। ਇਹੀ ਹਾਲ ਫਰੀਦਕੋਟ ਦਾ ਹੈ ਕਿ ਭਾਈ ਉੱਥੇ ਸਾਈਜ਼ੇਬਲ। ਸੋ ਮੇਰਾ ਖਿਆਲ ਹੈ ਕਿ ਵੀ ਇਹ ਆਪਣੇ ਆਪ ਅੰਦਾਜ਼ਾ ਲਾਣਾ ਕਿ ਜੀ ਇਹ ਤਾਂ ਜਿਹੜਾ ਹੈ ਇਹ ਜਿਹੜਾ ਨਾਨ ਸਟਾਰਟਰ ਹੈ, ਤੁਸੀਂ ਜ਼ਰਾ ਦੇਖੋ ਸਹੀ, ਸਟਾਰਟ ਵੀ ਹੋਏਗਾ ਕਾਮਯਾਬ ਵੀ ਹੋਏਗਾ। ਬਾਕੀ ਇਹ ਤੁਹਾਡੀ ਮਰਜ਼ੀ ਹੈ ਵੀ ਤੁਸੀਂ ਪੰਜਾਬ 'ਚ ਜੇ ਰਹਿੰਦੇ ਹੋ ਕਿੱਧਰ ਵੋਟ ਪਾਉਣੀ ਹੈ, ਪਰ ਤੁਹਾਡਾ ਹੱਕ ਵੋਟ ਪਾਉਣ ਦਾ ਜ਼ਰੂਰ ਰਹੇਗਾ। ਬਿਲਕੁਲ। ਜਸਵੀਰ ਸਿੰਘ ਬਰਾੜ ਜੀ, ਫਿਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ, ਫਿਰ ਇਸੇ ਤਰ੍ਹਾਂ ਸਿੰਘ ਖਰਚਾ ਜੀ ਫਤਿਹ ਬੁਲਾਉਂਦੇ ਨੇ, ਔਰ ਜਵਿੰਦਰ ਸਿੰਘ ਸੋਧਾ ਲਿਖਦੇ ਰਿਸ਼ੀ ਭਾਰਤਵਾਜ ਨੂੰ ਜਵਾਬ ਦਿੰਦੇ ਨੇ ਕਿ ਤੁਸੀਂ ਚਾਹੇ ਪੰਜਾਬ ਵਿੱਚ ਰਹਿ ਕੇ ਸਿੱਖ ਕੌਮ ਦੇ ਵਿਰੋਧੀ ਰਹੋ, ਚਾਹੇ ਹਿੰਦੁਸਤਾਨ 'ਚ ਰਹਿ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰ ਅਜੀਤ ਸਿੰਘ ਦੇ ਵਿਆਹ 'ਚੋਂ ਵਿਘਨ ਨਹੀਂ ਪਾ ਹੋਣਾ। ਸੋ ਜਦੋਂ ਖਾਲਸਾਨ ਬਣਿਆ ਯਮਨਾ ਪਾਰ ਚਲੇ ਜਾਇਓ। ਫਿਰ ਨਹੀਂ ਠੀਕ ਹੈ, ਜੇ ਤੁਹਾਡਾ ਜੀ ਕਰਦਾ ਵੀ ਨਹੀਂ ਤੁਸੀਂ ਰਹਿਣਾ ਕੋਈ ਗੱਲ ਨਹੀਂ ਹੈ, ਪਰ ਅਸੀਂ ਤੁਹਾਨੂੰ ਵੀ ਵੈਲਕਮ ਕਰਦੇ ਹਾਂ। ਔਰ ਨਿਹੰਗ ਸਿੰਘ ਜੀ ਕਹਿੰਦੇ ਨੇ ਕਿ ਰਿਸ਼ੀ ਜੀ ਨੂੰ ਫਿਰ ਕਹਿੰਦੇ ਨੇ ਕਿ ਰਿਸ਼ੀ ਭਾਈ then government should allow referendum in ਦੇਸ਼ ਪੰਜਾਬ। ਜਸਪਾਲ ਸਿੰਘ ਕਹਿੰਦੇ ਔਰ ਮੈਨੂੰ ਯਾਦ ਹੈ ਉੱਥੇ ਪੈਸ਼ਨ ਫਾਰ ਟਰੂਥ ਇੱਕ ਟੀਵੀ ਚੈਨਲ ਸੀ ਵਾਸ਼ਿੰਗਟਨ DC, ਔਰ ਇੱਕ ਵਾਰੀ ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟਰ ਬੀਬੀ ਵਿਜ, ਉਹਦਾ ਲਾਸਟ ਨੇਮ ਵਿਜ ਸੀ, ਤੇ ਮੈਂ ਇੱਕ ਪੈਨਲ 'ਚ ਵਾਈਟ ਹਾਊਸ 'ਤੇ ਵੀ ਸੀਨੀਅਰ ਰਿਟਾਇਰਡ ਆਫੀਸ਼ੀਅਲ ਸੀ, ਤੇ ਉਹਨੇ ਇੰਟਰਪਟ ਕੀਤਾ ਜਦੋਂ ਮੈਂ ਆਪਣਾ ਕਮੈਂਟ ਕੀਤਾ। ਉਹਨੇ ਕਿਹਾ ਜੀ ਨਹੀਂ ਪੰਜਾਬ ਦੇ ਵਿੱਚ ਤਾਂ 5% ਲੋਕ ਵੀ ਖਾਲਿਸਤਾਨ ਨਹੀਂ ਚਾਹੁੰਦੇ। ਮੈਂ ਕਿਹਾ ਜੀ ਮੇਰਾ ਦਾਅਵਾ ਹੈ ਕਿ 95% ਚਾਹੁੰਦੇ ਨੇ ਪੰਜਾਬ ਦੇ ਲੋਕ। ਤੇ ਉਹ ਕਹਿੰਦੀ ਵੀ ਇਹ ਕਿਵੇਂ ਤੁਸੀਂ ਕਹਿ ਸਕਦੇ ਹੋ? ਮੈਂ ਕਿਹਾ ਜੀ ਤੁਸੀਂ ਕਿਵੇਂ ਕਹਿ ਸਕਦੇ ਹੋ? ਸੋ ਮੈਂ ਕਿਹਾ ਵੀ ਇਹੀ ਸਾਡੀ ਮੰਗ ਹੈ ਵੀ ਉੱਥੇ ਆਪਣੀ ਫੌਜ ਕੱਢੋ ਬਾਹਰ, ਯੂਨਾਈਟਿਡ ਨੇਸ਼ਨਸ ਦੇ ਆਬਜ਼ਰਵਰ ਭੇਜੋ, ਵੋਟਾਂ ਕਰਾ ਲਓ। ਵੀ ਤੁਸੀਂ ਤਾਂ ਕਸ਼ਮੀਰ 'ਚ ਜਿਹਦੇ ਬਾਰੇ ਜੰਮੂ ਕਸ਼ਮੀਰ 'ਚ ਮੰਨ ਕੇ ਆਏ ਹੋਏ ਹੋ UN ਸਿਕਿਉਰਿਟੀ ਕਾਉਂਸਲ, ਉਹਦੇ ਤੋਂ ਭਗੌੜੇ ਹੋ ਕਿਉਂਕਿ ਤੁਸੀਂ ਇਹ ਨਹੀਂ ਕਰਵਾਉਂਦੇ। ਇਸ ਲਈ ਤੁਹਾਨੂੰ ਪਤਾ ਹੈ ਕਿ ਵੀ 95% ਪੰਜਾਬ ਦੇ ਲੋਕ ਖਾਲਿਸਤਾਨ ਚਾਹੁੰਦੇ ਨੇ। ਔਰ ਫਿਰ ਉਹ ਮੂੰਹ ਦਾ ਬੀਬੀ ਦਾ ਐਂ ਬਣ ਗਿਆ ਜਿਵੇਂ ਪਕਾਨਾ ਹੁੰਦਾ। ਜਸਪਾਲ ਸਿੰਘ ਖੈਲੇ ਵੀ ਫਤਿਹ ਬੁਲਾਉਂਦੇ ਨੇ, ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਐਂਡ ਫਤਿਹ। ਔਰ ਫਿਰ ਇਸੇ ਤਰ੍ਹਾਂ ਆਈਜ਼ ਆਫ ਪਾਰਟਨਰ ਕਹਿੰਦੇ ਨੇ ਕਿ ਹਾਂਜੀ ਉਹ ਵੀ ਫਤਿਹ ਬੁਲਾਉਂਦੇ ਨੇ, ਬਲਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਕਮਾਂਡੋ ਫੋਰਸ ਜੀ ਵੀ ਫਤਿਹ, ਹਰਮਨ ਪੰਨੂ ਜੀ ਵੀ ਫਤਿਹ, ਫਿਰ ਇਸ ਤਰ੍ਹਾਂ ਮੋਹਨ ਬੋਇਲ ਜੀ ਵੀ ਖਾਲਸਾ ਰਾਜ ਕਹਿੰਦੇ ਨੇ ਔਰ ਖਾਲਸਾ ਜ਼ਿੰਦਾਬਾਦ, ਰਾਜਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਕੇਵਲ ਸਿੰਘ ਜੀ ਹਾਂਜੀ ਇਹ ਕਹਿੰਦੇ ਹਾਈ ਅਮਰਜੀਤ ਸਿੰਘ ਜੀ ਐਂਡ ਆਲ ਟੀਮ ਖਾਲਸਾ ਜ਼ਿੰਦਾਬਾਦ, ਲਵ ਯੂਰ ਪ੍ਰੋਗਰਾਮ ਵੈਰੀ ਨਾਈਸ, ਵੀ ਇੰਜੋਏ। ਕੇਵਲ ਸਿੰਘ ਥੰਦਾ ਫਰੋਮ ਆਸਟ੍ਰੇਲੀਆ ਤੋਂ ਸਾਨੂੰ ਦੇਖਦੇ, ਥੈਂਕਸ ਸੋ ਮਚ। ਔਰ ਚਰਨਜੀਤ ਰੰਧਾਵਾ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਮੈਂ ਗੁਰਦੁਆਰਾ ਕੀਰਤਨ ਕਹਿੰਦੇ ਨੇ, ਸਿੰਘ ਜੀ ਤੁਹਾਨੂੰ ਕੀ ਲੱਗਦਾ ਸਾਡਾ ਮਸਲਾ ਹੋਰ ਕਿੰਨੇ ਸਾਲਾਂ 'ਚ ਹੱਲ ਹੋਵੇਗਾ? ਦੇਖੋ ਭਾਈ ਸਾਹਿਬ ਇਹ ਤਾਂ ਸਤਿਗੁਰੂ ਜਾਣਦੇ ਨੇ ਕਿਉਂਕਿ ਦੇਸ਼ ਤੇ ਕਾਲ ਇਹ ਅਕਾਲ ਪੁਰਖ ਦਾ ਹੈ, ਪਰ ਇੱਕ ਗੱਲ ਬੜੀ ਕਲੀਅਰ ਹੈ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ ਜੀ। ਸ਼ਿੰਦਾ ਸਿੰਘ ਗਿੱਲ ਜੀ ਵੀ ਖਾਲਿਸਤਾਨੀ, ਇਹ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਉਸਮੀ TV ਕਹਿੰਦੇ ਨੇ ਕਿ ਲਾਈਵ ਹੈ। ਔਰ ਇਸ ਤਰ੍ਹਾਂ ਜੋਰਾ ਰਾਏ ਵੀ ਅਮਰੀਕਾ ਤੇ ਖਾਲਸਾ ਜ਼ਿੰਦਾਬਾਦ, ਸਰਪੰਚ ਜਸ ਗਿੱਲ ਜੀ ਵੀ 2030 ਤੱਕ ਸਾਡਾ ਦੇਸ਼ ਮੈਪ ਤੇ ਹੋਵੇਗਾ, ਵਾਹਿਗੁਰੂ ਮਿਹਰ ਕਰੇ। ਧਰਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ, TV ਰਿਪੋਰਟ ਜ਼ਿੰਦਾਬਾਦ। ਜਸਬੀਰ ਸਿੰਘ ਜੀ ਜੋਰਾ ਰਾਏ ਜੀ ਕਹਿੰਦੇ ਨੇ ਕਿ ਕਮਲਾ ਹੈਰਿਸ ਲੁਕਸ ਸੋ ਇੰਟੈਲੀਜੈਂਟ ਦੈਨ ਮਿਸਟਰ ਟਰੰਪ। ਲਾਡੀ ਸਿੰਘ ਜੀ ਵੀ ਥੈਂਕਸ ਕਹਿੰਦੇ ਨੇ ਸਾਨੂੰ, ਔਰ ਖਾਲਸਾ ਜੀ ਵੀ ਕਹਿੰਦੇ ਨੇ ਸਾਰਿਆਂ ਨੂੰ ਭੈਣਾਂ ਨੂੰ ਵਾਹਿਗੁਰੂ ਜੀ। ਔਰ ਸੁਖਜੀਵਨ ਬੱਚੂ ਜੀ ਕੀਪ ਇਟ ਅਪ ਗੁੱਡ ਜੌਬ। ਔਰ ਇਸੇ ਤਰ੍ਹਾਂ ਰਿਸ਼ੀ ਭਾਰਤਵਾਜ ਦਾ ਮੈਂ ਇੱਕ ਮੈਸੇਜ ਹੈਗਾ
ਇਹ ਕਹਿੰਦੇ ਨੇ ਹੰਗ ਸਿੰਘ ਜੀ ਦਾ ਕੰਸਟੀਟਿਊਸ਼ਨ ਡਜ਼ਨਟ ਅਲਾਉ ਰੈਫਰੈਂਡਮ ਆਲਸੋ ਅੰਡਰ ਦਾ ਇੰਟਰਨੈਸ਼ਨਲ ਲਾਅ ਕਿ ਫਿਰ ਇਹਨਾਂ ਦਾ ਹੈਗਾ unilateral secession is not allowed. Punjab can't secede until parliament agrees and that will never happen. ਰਿਸ਼ੀ ਭਾਰਦਵਾਜ ਜੀ, ਪਤਾ ਨਹੀਂ ਤੁਸੀਂ ਪਾਰਲੀਮੈਂਟ ਦੇ ਵੀ ਸਪੋਕਸਮੈਨ ਹੋ, ਇੰਡੀਅਨ ਗਵਰਨਮੈਂਟ ਦੇ ਵੀ ਹੋ, ਪੰਜਾਬ ਦੇ ਹਿੰਦੂਆਂ ਦੇ ਵੀ ਹੋ, ਪਤਾ ਨਹੀਂ ਤੁਸੀਂ ਕਿਹਦੇ ਸਪੋਕਸਮੈਨ ਹੋ, ਪਰ ਸਾਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਵੀ ਅਲਟੀਮੇਟਲੀ ਜਦੋਂ ਇਹ ਰੈਫਰੈਂਡਮ ਦਾ ਕੈਂਪੇਨ ਹੈ, ਇਹ ਨਾਨ ਬਾਈਂਡਿੰਗ ਹੈ। ਪਹਿਲੀ ਗੱਲ, ਅਸੀਂ ਉਹ ਸਿਚੁਏਸ਼ਨ ਕ੍ਰੀਏਟ ਕਰ ਦਿਆਂਗੇ ਕਿ ਤੁਹਾਡੀ ਹਕੂਮਤ ਨੂੰ ਮੰਨਣਾ ਪਏਗਾ ਕਿ ਰੈਫਰੈਂਡਮ ਕਰਵਾਉਣਾ। ਉਸ ਦੇ ਵਿੱਚ ਯੂਨਾਈਟਿਡ ਸਟੇਟਸ, ਯੂਨਾਈਟਿਡ ਨੇਸ਼ਨਸ ਕੀ ਰੋਲ ਅਦਾ ਕਰਨਗੇ ਵਕਤ ਦੱਸੇਗਾ। ਜੇ ਤੁਸੀਂ ਬਹੁਤ ਕੋਈ ਹੋਰ ਖੂਨੀ ਖੇਡ ਤੁਹਾਡੇ ਹਾਕਮਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਜਵਾਬ ਵੀ ਫਿਰ ਸਿੱਖਾਂ ਤੋਂ ਬਿਹਤਰ ਹੱਥੋਂ ਹੱਥ ਲੜਾਈ 'ਚ ਕੋਈ ਨਹੀਂ ਜਾਣਦਾ ਹੈ। ਸੋ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਵੀ ਪੀਸਫੁਲੀ, ਔਰ ਇਹ ਖਾਲਿਸਤਾਨ ਦੇ ਐਲਾਨਨਾਮੇ ਦੇ ਅਲਫਾਜ਼ ਸੀ ਕਿ ਵੀ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਤੇ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਇਹ ਸਿੱਖ ਤੀਸਰੀ ਧਿਰ ਸਨ 47 ਦੇ ਵਿੱਚ, ਤੁਹਾਡੀ ਹਕੂਮਤ ਦੇ ਨਾਲ ਇਹੀ ਸਿੱਖ ਨੁਮਾਇੰਦਿਆਂ ਦਾ ਐਗਰੀਮੈਂਟ ਸੀ। ਜਿਸ ਕਨਸਟੀਟਿਊਸ਼ਨ ਜਾਂ ਪਾਰਲੀਮੈਂਟ ਦੀ ਗੱਲ ਕਰਦੇ ਹੋ, ਜਿਹਦੇ ਥੱਲੇ ਪਾਰਲੀਮੈਂਟ ਬਣੀ, ਉਸ ਕਨਸਟੀਟਿਊਸ਼ਨ ਦੇ ਡਰਾਫਟ ਦੇ ਉੱਤੇ ਵੀ ਸਿੱਖ ਨੁਮਾਇੰਦਿਆਂ ਨੇ ਦਸਤਖਤ ਨਹੀਂ ਸੀ ਕੀਤੇ ਕਿਉਂਕਿ ਤੁਸੀਂ ਵਾਅਦਾ ਖਿਲਾਫੀ ਕੀਤੀ ਸੀ। ਹੁਣ ਇਹ ਤੁਸੀਂ ਦੇਖੋਗੇ ਵੀ ਤੁਸੀਂ ਆਰਾਮ ਨਾਲ ਰਹਿਣਾ ਚਾਹੁੰਦੇ ਹੋ ਜਮਨਾ ਪਾਰ ਜਾ ਕੇ ਔਰ ਇੱਕ ਚੰਗੇ ਗਵਾਂਢੀ ਵਾਂਗ, ਤੇ ਜੇ ਤੁਸੀਂ ਉਸ ਕਿਸਮ ਦਾ ਹੀ ਜਿਹੜਾ ਖੂਨ ਖਰਾਬਾ ਚਾਹੁੰਦੇ ਹੋ ਤੇ ਅਲਟੀਮੇਟਲੀ ਸਿੱਖਾਂ ਨੇ ਗੁਲਾਮੀ ਨਹੀਂ ਕਬੂਲਣੀ ਹੈ। ਸਾਡੇ ਲਈ ਤਾਂ ਇੱਥੇ ਤਾਂ ਪੈਟਰਿਕ ਹੈਨਰੀ ਨੇ ਬਹੁਤ ਬਾਅਦ ਕਿਹਾ, ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਸਾਡਾ ਤਾਂ 18ਵੀਂ ਸਦੀ ਦਾ ਇਹ ਨਾਰਾ ਰਿਹਾ ਕਿ ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ। ਔਰ ਨਿਹੰਗ ਸਿੰਘ ਜੀ ਫਿਰ ਭਰਤਵਾਜ ਨੂੰ ਕਹਿੰਦੇ ਨੇ ਕਿ ਡੈਮੋਕ੍ਰੈਟਿਕ countries like Canada, England are allowing why mother of democracy not allowed? ਹਾਂ ਬਿਲਕੁਲ ਠੀਕ ਹੈ। SSK ਟਰਕਿੰਗ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਜੈਲਦਾਰ ਢਿੱਲੋਂ ਵੀ ਕਹਿੰਦੇ ਨੇ ਭਾਈ ਅਮਰਤਪਾਲ ਸਿੰਘ ਜ਼ਿੰਦਾਬਾਦ, ਬਲਿਹਾਰ ਸਿੰਘ ਕੰਗ ਫਤਿਹ, ਇਸੇ ਤਰ੍ਹਾਂ ਜੈਦਰ ਢਿੱਲੋਂ ਵੀ ਸਾਨੂੰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਰਵਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਪੰਜਾਬ 'ਚ ਕਹਿੰਦੇ 99% ਲੋਕ ਜਿਹੜੇ ਨੇ ਚਾਹੁੰਦੇ ਨੇ ਕਿ ਖਾਲਿਸਤਾਨ ਬਣੇ। ਤੁਪਿੰਦਰ ਸੰਧੂ ਜੀ ਵੀ ਕਹਿੰਦੇ ਨੇ ਮੈਂ ਤੁਹਾਡੇ ਪ੍ਰੋਗਰਾਮ ਨੂੰ ਪਸੰਦ ਕਰਦਾ, ਸਭ ਦਾ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੀ ਰੁਚੀ ਵੀਰ ਫੋਕ ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।